ਪ੍ਰਭਜੋਤ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਮੇਰੀ ਗੈਰ ਹਾਜ਼ਰੀ ਦੇ ਵਿੱਚ ਵੀ ਲਗਾਤਾਰ ਜਾਣਕਾਰੀ ਸਾਡੇ ਲਿਸਨਰਸ ਨੂੰ, ਸਾਡੇ ਜਿਹੜੇ ਵੀ ਦਰਸ਼ਕ ਆ ਉਹਨਾਂ ਨੂੰ ਦਿੰਦੇ ਰਹੇ, ਤਾਂ ਥੈਂਕ ਯੂ ਸੋ ਮਚ। ਨਹੀਂ, ਮੋਸਟ ਵੈਲਕਮ ਜੀ, ਮੋਸਟ ਵੈਲਕਮ। ਮੇਰਾ ਫਰਜ਼ ਬਣਦਾ ਜੀ ਬਿਲਕੁਲ ਆਪਣੀ ਸੰਸਥਾ ਲਈ, ਆਪਣੇ ਦੋਸਤਾਂ ਲਈ, ਆਪਣੇ ਸਰੋਤਿਆਂ ਲਈ ਹਰ ਵੇਲੇ ਹਾਜ਼ਰ ਹਾਂ ਜੀ। ਚਲੋ ਜੀ, ਅੱਛਾ ਸਾਨੂੰ ਦੱਸੋ, ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਅੱਜ ਸਹੁੰ ਚੱਕ ਲਈ ਹੈ, ਉਹਨੂੰ ਲੈ ਕੇ ਕਾਫੀ ਸਾਰੀਆਂ ਕੰਟਰੋਵਰਸੀਜ਼ ਵੀ ਚੱਲ ਰਹੀਆਂ, ਉਹਨਾਂ ਦੇ ਕਿਰਪਾਨ ਦੇ ਮੁੱਦੇ ਨੂੰ ਲੈ ਕੇ, ਕਈ ਹੋਰ ਮੁੱਦਿਆਂ ਨੂੰ ਲੈ ਕੇ, ਔਰ ਇੱਕ ਜਿਹੜਾ ਉਹਨਾਂ ਨੇ ਪਿੱਛੇ ਜਿਹੀ ਭਗਤ ਸਿੰਘ ਹੋਰਾਂ ਨੂੰ ਇਹ ਕਹਿ ਕੇ ਕਿ ਟੈਰਰਿਸਟ ਸਨ ਭਗਤ ਸਿੰਘ ਹੋਰੀ, ਇੱਕ ਬੜੀ ਨਵੀਂ ਕੰਟਰੋਵਰਸੀ ਹੋਰ ਛਿੜ ਗਈ ਹੈ। ਤਾਂ ਸਿਮਰਨਜੀਤ ਸਿੰਘ ਹੋਰੀ ਆਮ ਤੌਰ ਦੇ ਉੱਤੇ ਵਿਵਾਦਾਂ 'ਚ ਘਿਰੇ ਰਹਿੰਦੇ ਆ। ਮੈਂ ਬਹੁਤਾ ਉਹਨਾਂ ਦੇ ਬਿਆਨਾਂ ਤੇ ਨਹੀਂ ਜਾਣਾ ਚਾਹੁੰਦਾ, ਪਰ ਤੁਸੀਂ ਇਸ ਵਿਸ਼ੇ ਤੇ ਆਲਰੇਡੀ ਕਾਫੀ ਕੰਮ ਕਰ ਚੁੱਕੇ ਹੋ ਔਰ ਤੁਸੀਂ ਕਾਫੀ ਜ਼ਿਆਦਾ ਤੁਹਾਨੂੰ ਇਹਦੀ ਜਾਣਕਾਰੀ ਵੀ ਹੈ ਇਸ ਮੁੱਦੇ ਉੱਤੇ। ਤਾਂ ਮੈਂ ਚਾਹਾਂਗਾ, ਤੁਹਾਡੇ ਕੋਲ ਸਮਾਂ ਥੋੜਾ ਹੈ ਲੇਕਿਨ ਸੰਖੇਪ ਦੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰੋ ਜੀ। ਦੇਖੋ, ਇਹ ਜਿਹੜਾ ਮੁੱਦਾ ਹੈ ਬਹੁਤ ਸੈਂਸਿਟਿਵ ਹੈ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਤਾਂ ਹਮੇਸ਼ਾ ਕੰਟਰੋਵਰਸੀ ਵਿੱਚ ਰਹੇ ਨੇ। ਜਦੋਂ ਪਹਿਲੀ ਵਾਰੀ ਤਰਨਤਾਰਨ ਤੋਂ ਇਲੈਕਟ ਹੋਏ ਸੀ ਤਾਂ ਉਦੋਂ ਉਹ ਸ਼ਾਇਦ ਪਾਰਲੀਮੈਂਟ ਵਿੱਚ ਗਏ ਹੀ ਨਹੀਂ ਸਨ। ਉਸ ਵੇਲੇ ਉਹਨਾਂ ਨੇ ਕਿਰਪਾਨ ਦਾ ਮੁੱਦਾ ਚੱਕਿਆ ਤੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਤੇ ਉਹ ਸਾਰੀ ਟਰਮ ਜਿਹੜੀ ਸੀ ਉਹਨਾਂ ਦੀ ਇਸ ਕੰਟਰੋਵਰਸੀ ਵਿੱਚ ਲੰਘ ਗਈ ਤੇ ਉਹਨਾਂ ਨੇ ਲੋਕ ਸਭਾ ਐਂਟਰ ਹੀ ਨਹੀਂ ਕੀਤੀ। ਲੇਕਿਨ ਜਦੋਂ ਦੁਬਾਰਾ ਉਹ ਸੰਗਰੂਰ ਤੋਂ ਚੁਣੇ ਗਏ ਤਾਂ ਉਸ ਵੇਲੇ ਉਹ ਮੈਂਬਰ ਪੂਰੇ ਫੁੱਲ ਫਲੈਜ ਮੈਂਬਰ ਰਹੇ। ਉਸ ਵੇਲੇ ਉਹ ਲੋਕ ਸਭਾ ਵਿੱਚ ਗਏ ਔਰ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਂਦੇ ਰਹੇ ਔਰ ਉਹਨਾਂ ਦਾ ਇਹ ਜੋ ਚੋਣਾਂ ਹੁਣ ਹੋਈਆਂ ਨੇ, ਜਦੋਂ ਦੁਬਾਰਾ ਜਿੱਤੇ ਨੇ, ਉਹਨਾਂ ਦਾ ਇਹੀ ਕਹਿਣਾ ਸੀ ਕਿ ਉਸ ਵੇਲੇ ਜਿਹੜਾ ਏਰੀਆ ਡਿਵੈਲਪਮੈਂਟ ਫੰਡ ਮਿਲਦਾ ਸੀ ਉਹਨਾਂ ਨੇ ਮੈਕਸਿਮਮ ਯੂਜ਼ ਕੀਤਾ ਔਰ ਸੰਗਰੂਰ ਦਾ ਏਰੀਆ ਡਿਵੈਲਪ ਕਰਨ ਵਿੱਚ ਯੂਜ਼ ਕੀਤਾ। ਸੋ ਉਹ ਜਿਹੜੀ ਕੰਟਰੋਵਰਸੀ ਸੀ ਤਰਨਤਾਰਨ ਦੇ ਲੋਕ ਸਭਾ ਇਲੈਕਸ਼ਨ ਦੇ ਨਾਲ ਹੀ ਖਤਮ ਹੋ ਗਈ ਸੀ, ਕਿਰਪਾਨ ਵਾਲੀ। ਮੈਨੂੰ ਨਹੀਂ ਪਤਾ ਲੱਗਿਆ ਕਿ ਇਹ ਹੁਣ ਮੁੱਦਾ ਦੁਬਾਰਾ ਕਿਉਂ ਉੱਠਿਆ, ਕਿਰਪਾਨ ਵਾਲਾ ਮੁੱਦਾ, ਬਿਕੋਜ਼ ਕਿਰਪਾਨ ਦੇ ਮੁੱਦੇ ਤੇ ਤਾਂ ਉਹ ਦੁਬਾਰਾ ਲੋਕ ਸਭਾ ਜਾ ਚੁੱਕੇ ਨੇ, ਸਹੁੰ ਚੱਕ ਚੁੱਕੇ ਸਨ। ਉਸ ਵੇਲੇ ਦੂਜੀ ਵਾਰੀ ਜਦੋਂ ਗਏ ਸਨ ਉਦੋਂ ਇਹ ਵੱਡਾ ਜਿਹੜਾ 3 ਫੁੱਟੀ ਕਿਰਪਾਨ ਵਾਲਾ ਮੁੱਦਾ ਨਹੀਂ ਉੱਠਿਆ ਸੀ। ਸੋ ਇਹ ਇੱਕ ਰਹੀ ਗੱਲ, ਇਹ ਹੈ ਫੈਕਚੁਅਲ ਗੱਲ ਜਿਹੜੀ ਹਿਸਟੋਰੀਕਲੀ ਹੈਗੀ ਹੈ। ਹੁਣ ਕਿਉਂ ਮੁੱਦਾ ਉੱਠਿਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਠੀਕ ਹੈ ਜੀ, ਪਰ ਜਿਹੜੇ ਉਹਨਾਂ ਦੇ ਬਿਆਨ ਦਿੱਤੇ ਗਏ ਨੇ, ਬਿਆਨ ਦੇਖੋ ਕੁਛ ਨਾ ਕੁਛ ਉਹਦੀ ਬੈਕਗਰਾਉਂਡ ਜ਼ਰੂਰ ਹੁੰਦੀ ਹੈ। ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੱਖੀ ਨਹੀਂ ਹੈ, ਮੈਂ ਤਾਂ ਬਿਲਕੁਲ ਇੱਕ ਆਜ਼ਾਦ ਆਦਮੀ ਹਾਂ, ਨਿਊਟਰਲ ਆਦਮੀ ਹਾਂ। ਲੇਕਿਨ ਹਿਸਟੋਰੀਕਲੀ ਸਾਨੂੰ ਜ਼ਰੂਰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅੱਜ ਵੀ ਹਿੰਦੁਸਤਾਨ ਦੇ ਪਾਰਲੀਮੈਂਟ ਦੇ ਰਿਕਾਰਡ ਵਿੱਚ ਜੋ ਸੱਚਾਈ ਹੈ ਉਹ ਇਹੀ ਹੈ ਕਿ ਸਰਦਾਰ ਭਗਤ ਸਿੰਘ ਨੂੰ ਅੱਜ ਵੀ ਫਰੀडम ਫਾਈਟਰ ਦਾ ਦਰਜਾ ਨਹੀਂ ਦਿੱਤਾ ਗਿਆ। ਉਹ ਇੱਕ ਜਿਹੜਾ ਬ੍ਰਿਟਿਸ਼ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਹੁੰਦੀ ਸੀ ਜਦੋਂ ਭਾਰਤ ਬਣਿਆ, ਉਸ ਤੋਂ ਪਹਿਲਾਂ ਜਦੋਂ ਬ੍ਰਿਟਿਸ਼ ਰਾਜ ਕਰਦੇ ਸੀ ਤਾਂ ਉਹਨਾਂ ਨੇ ਕਾਉਂਸਲ ਬਣਾਈ ਹੋਈ ਸੀ ਜਿਹੜੀ ਕਿ 1861 ਤੋਂ ਲੈ ਕੇ 1947 ਤੱਕ ਰਹੀ, ਜਿਹਨੂੰ ਕਹਿੰਦੇ ਸੀ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ। ਜਦੋਂ ਉਹਨਾਂ ਨੇ ਅਟੈਕ ਕੀਤਾ ਸੀ ਪਾਰਲੀਮੈਂਟ ਤੇ, ਸੈਂਟਰਲ ਪਾਰਲੀਮੈਂਟ ਜਿਹੜੀ ਅਸੈਂਬਲੀ ਸੀ 8 ਅਪ੍ਰੈਲ 1929 ਨੂੰ, ਉਹ ਤੇ ਮਿਸਟਰ ਬਤਕੇਸ਼ਵਰ ਦੱਤ ਨੇ ਜਦੋਂ ਬੰਬ ਸਿੱਟਿਆ ਸੀ ਤਾਂ ਉਦੋਂ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਉਸ ਅਸੈਂਬਲੀ ਵੱਲੋਂ, ਉਹਨਾਂ ਨੂੰ ਦੋਨਾਂ ਨੂੰ ਡਿਕਲੇਅਰ ਕੀਤਾ ਗਿਆ ਸੀ ਐਜ਼ ਟੈਰਰਿਸਟ। ਉਹ ਰੈਜ਼ੋਲੂਸ਼ਨ ਅੱਜ ਤੱਕ ਹਿੰਦੁਸਤਾਨ ਦੀ ਸਰਕਾਰ ਜਦੋਂ ਬਣੀ 1947 ਤੋਂ 1950, ਫਿਰ ਕਾਂਸਟੀਟਿਊਟ ਅਸੈਂਬਲੀ ਬਣੀ 1950, ਫਿਰ ਪਾਰਲੀਮੈਂਟ ਬਣ ਗਈ, ਲੋਕ ਸਭਾ ਤੇ ਰਾਜ ਸਭਾ ਬਣ ਗਈਆਂ, ਲੇਕਿਨ ਅੱਜ ਦੀ ਡੇਟ ਤੱਕ ਉਹ ਰੈਜ਼ੋਲੂਸ਼ਨ ਜਿਹੜਾ ਆ ਉਹ ਸਾਡੀ ਪਾਰਲੀਮੈਂਟ ਨੇ ਸੈਟ ਅਸਾਈਡ ਨਹੀਂ ਕੀਤਾ, ਉਹਨੂੰ ਰਿਵੋਕ ਨਹੀਂ ਕੀਤਾ। ਸੋ ਅੱਜ ਵੀ ਪਾਰਲੀਮੈਂਟ ਦੇ ਰਿਕਾਰਡ ਵਿੱਚ ਭਗਤ ਸਿੰਘ ਜਿਹੜੇ ਜਿਨ੍ਹਾਂ ਨੂੰ ਬਾਰੇ ਹੁਣ ਅੱਜ ਕਾਂਗਰਸ ਵਾਲੇ ਬੜਾ ਵੱਡੇ ਬਿਆਨ ਦੇ ਰਹੇ ਨੇ, ਜਾਂ ਬੀਜੇਪੀ ਵਾਲੇ ਬੜੇ ਵੱਡੇ ਬਿਆਨ ਦੇ ਰਹੇ ਨੇ, ਜਾਂ ਹੋਰ ਲੀਡਰ ਬੜਾ ਬਿਆਨ ਦੇ ਰਹੇ ਨੇ, ਲੇਕਿਨ ਸੱਚਾਈ ਇਹ ਹੈ ਕਿ ਕਾਨੂੰਨੀ ਤੌਰ ਤੇ ਜਦ ਤੱਕ ਅਸੀਂ ਉਹ ਰਿਸੈਂਡ ਨਹੀਂ ਕਰਦੇ, ਉਹ ਰਿਵੋਕ ਨਹੀਂ ਕਰਦੇ, ਰੈਜ਼ੋਲੂਸ਼ਨ ਪਾਸ ਨਹੀਂ ਕਰਦੇ, ਅਸੀਂ ਤਾਂ ਇਹ ਤਾਂ ਜ਼ਰੂਰ ਕਹਿੰਦੇ ਹਾਂ ਕਿ ਜੀ ਚਲੋ ਜੀ ਕੈਨੇਡਾ ਦੀ ਮਾਫੀ ਮੰਗ ਲਈ, ਕੋਮਾ ਗਾਟਾ ਮਾਰੂ ਹਸੇ, ਤੇ ਅਸੀਂ ਅੱਜ ਵੀ ਪ੍ਰੈਸ਼ਰ ਪਾਉਂਦੇ ਹਾਂ ਬ੍ਰਿਟਿਸ਼ ਗਵਰਨਮੈਂਟ ਤੇ ਕਿ ਜਲਿਆਂਵਾਲੇ ਬਾਗ ਦੇ ਮਾਫੀ ਮੰਗੇ। ਪਰ ਜਿਹੜੀ ਸਾਡੀ ਕਾਉਂਸਲ ਜਿਹੜੇ ਪਾਸ ਕੀਤਾ ਸੀ, ਜਿਹਦੇ ਵਿੱਚ ਬਹੁਤ ਸਾਰੇ ਲੀਡਰ ਅੱਜ ਦੇ ਜਿਹੜੇ ਜਿਹਨਾਂ ਨੂੰ ਅਸੀਂ ਬਹੁਤ ਵੱਡੇ ਲੀਡਰ ਮੰਨਦੇ ਆ, ਮੋਤੀ ਲਾਲ ਨਹਿਰੂ, ਵਰਭਾਈ ਪਟੇਲ, ਉਹ ਸਾਰੇ ਉਸ ਵਿਧਾਨ ਉਹ ਕਾਉਂਸਲ ਦੇ ਮੈਂਬਰ ਸਨ, ਉਹ ਪ੍ਰੈਜ਼ੀਡੈਂਟ ਸਨ ਜਦੋਂ ਇਹ ਅਟੈਕ ਹੋਇਆ ਸੀ ਤੇ ਉਹ ਰੈਜ਼ੋਲੂਸ਼ਨ ਵਿੱਚ ਉਹਨਾਂ ਨੇ ਹਿੱਸਾ ਪਾਇਆ ਸੀ। ਲੇਕਿਨ ਅੱਜ ਤੱਕ ਉਹ ਅਸੀਂ ਰੈਜ਼ੋਲੂਸ਼ਨ ਵਿਡਰਾ ਨਹੀਂ ਕੀਤਾ। ਸੋ ਕੁਝ ਹੱਦ ਤੱਕ ਮੈਂ ਇਹ ਨਹੀਂ ਕਹਿੰਦਾ ਕਿ ਉਹ ਠੀਕ ਨੇ, ਇਹ ਗਲਤ ਹੈ ਕਿ ਸਾਨੂੰ ਕੰਟਰੀ ਨੂੰ ਐਜ਼ ਸੱਚ ਇੱਕ ਰੈਜ਼ੋਲੂਸ਼ਨ ਲਿਆ ਕੇ ਪਾਸ ਕਰਨਾ ਚਾਹੀਦਾ ਔਰ ਉਹ ਰੈਜ਼ੋਲੂਸ਼ਨ ਸੈਟ ਅਸਾਈਡ ਕਰਨਾ ਚਾਹੀਦਾ ਔਰ ਭਗਤ ਸਿੰਘ ਨੂੰ ਇੱਕ ਆਫੀਸ਼ੀਅਲੀ ਸੈਂਟਰਲ ਗਵਰਨਮੈਂਟ ਵੱਲੋਂ ਪਾਰਲੀਮੈਂਟ ਰਾਹੀਂ ਇੱਕ ਫਰੀडम फाइटर ਦਾ, ਇੱਕ ਸ਼ਹੀਦ ਆਜ਼ਮ ਦਾ ਦਰਜਾ ਦੇਣਾ ਬਣਦਾ ਹੈ ਔਰ ਬਣਨਾ ਚਾਹੀਦਾ। ਸ਼ਾਇਦ ਹੋ ਸਕਦਾ ਹੈ ਕਿ ਇਸ ਕੰਟਰੋਵਰਸੀ ਕਰਕੇ ਉਹ ਗੱਲ ਦੁਬਾਰਾ ਉੱਠੇ
ਤੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਇਹ ਗੱਲ ਰਿਲਾਈਜ਼ ਕਰਨ ਤੇ ਉਹ ਰੈਜ਼ੋਲੂਸ਼ਨ ਪਾਸ ਕਰਕੇ ਸਰਦਾਰ ਭਗਤ ਸਿੰਘ ਨੂੰ ਬਣਦਾ ਉਹਨਾਂ ਦਾ ਸਨਮਾਨ ਦੇਣਾ ਚਾਹੀਦਾ ਤੇ ਉਹਨਾਂ ਨੂੰ ਕੰਟਰੀ ਦਾ ਸਿਰ ਮੋਹਰ ਫਰੀडम फाइटर ਡਿਕਲੇਅਰ ਕਰਕੇ ਸ਼ਹੀਦ ਆਜ਼ਮ ਡਿਕਲੇਅਰ ਕਰਕੇ ਆਫੀਸ਼ੀਅਲ ਰਿਕਗਨੀਸ਼ਨ ਦੇਣੀ ਚਾਹੀਦੀ ਹੈ। ਔਰ ਪਾਰਲੀਮੈਂਟ ਦੀ ਗੱਲ ਦੇ ਵਿੱਚ ਉਹਨਾਂ ਦਾ ਪੋਰਟਰੇਟ ਤਾਂ ਲੱਗ ਗਿਆ ਸੀ, ਅਸੀਂ ਕੁਝ ਕੋਸ਼ਿਸ਼ ਕੀਤੀ ਸੀ ਪਹਿਲਾਂ, ਮੈਂ ਫਿਰ ਕਦੇ ਗੱਲ ਕਰਾਂਗੇ, ਪਰ ਉਹਨਾਂ ਦਾ ਬੁੱਤ ਵੀ ਲੱਗਣਾ ਚਾਹੀਦਾ ਉੱਥੇ ਕਿ ਉਹਨਾਂ ਨੇ ਵਾਕਈ ਹੀ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਜੀ। ਇੱਕ ਪਾਸੇ ਤੇ ਭਗਤ ਸਿੰਘ ਹੋਰਾਂ ਦੀ ਮਾਤਾ ਜੀ ਨੂੰ ਜੋ ਸਨਮਾਨ ਦਿੱਤਾ ਗਿਆ ਸਟੇਟ ਲੈਵਲ ਦੇ ਉੱਤੇ, ਰਾਜ ਮਾਤਾ ਦਾ ਦਰਜਾ ਦਿੱਤਾ ਗਿਆ, ਸ਼ਹੀਦ ਆਜ਼ਮ ਹੋਰਾਂ ਦੀ ਜਿਹੜੀ ਕੁਰਬਾਨੀ ਹੈ 23 ਮਾਰਚ ਨੂੰ ਜਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਪੂਰੇ ਭਾਰਤ ਪੱਧਰ ਦੇ ਉੱਤੇ, ਔਰ ਦੂਜੇ ਪਾਸੇ ਜਿਹੜਾ ਕਾਨੂੰਨੀ ਤੌਰ ਤੇ ਅਜੇ ਵੀ ਇਹ ਜਿਹੜੀਆਂ ਗੱਲਾਂ ਛੁਪੀਆਂ ਹੋਈਆਂ ਜਿਨ੍ਹਾਂ ਨੂੰ ਜਾਣ ਕੇ ਬੜੀ ਕਈ ਵਾਰੀ ਸ਼ਰਮ ਵੀ ਆਉਂਦੀ ਹੈ, ਨਮੋਸ਼ੀ ਵੀ ਹੁੰਦੀ ਹੈ ਕਿ ਦੋਗਲਾਪਨ ਹੈ ਸਰਕਾਰਾਂ ਦਾ। ਇਹ ਹੁਣ ਤੇ ਕੋਈ ਬ੍ਰਿਟਿਸ਼ ਸਰਕਾਰ ਦਾ ਪ੍ਰੈਸ਼ਰ ਨਹੀਂ ਹੈ ਇਹਨਾਂ ਦੇ ਉੱਤੇ, ਜਿਹੜੀਆਂ ਕੀਤੀਆਂ ਗਲਤੀਆਂ ਨੂੰ ਹੁਣ ਤੇ ਕਮ ਸੇ ਕਮ ਦਰੁਸਤ ਕਰ ਲੈਣ। ਦੇਖੋ ਤੁਸੀਂ, ਮੈਂ ਇੰਟਰਸਟਿੰਗ ਗੱਲ ਇਹ ਦੱਸਦਾ ਕਿ ਜਿਹੜੇ ਭਗਤ ਸਿੰਘ ਦੇ ਨਾਲ ਦੂਜੇ ਸਾਥੀ ਸਨ, ਮੁਕਤੇਸ਼ਵਰ ਦੱਤ, ਉਹਨਾਂ ਨੂੰ ਤੇ ਭਗਤ ਸਿੰਘ ਨੂੰ ਸਜ਼ਾ ਹੋਈ ਸੀ, ਟਰਾਂਸਪੋਰਟੇਸ਼ਨ ਫॉर ਲਾਈਫ ਦਿੱਤੀ ਗਈ ਸੀ। ਉਸ ਤੋਂ ਬਾਅਦ ਦੱਤ ਸਾਹਿਬ ਰਿਲੀਜ਼ ਹੋ ਗਏ 1965 ਜਾਂ 64 ਉਹਨਾਂ ਦੀ ਸ਼ਾਇਦ ਮੇਰੇ ਖਿਆਲ ਡੈਥ ਹੋਈ ਸੀ, ਮੈਨੂੰ ਯਾਦ ਨਹੀਂ ਐਗਜ਼ੈਕਟ ਤਾਂ, ਲੇਕਿਨ ਉਹਨਾਂ ਨੂੰ ਕਦੇ ਵੀ ਇੱਕ ਆਜ਼ਾਦੀ ਘੁਲਾਟੀ ਫਰੀडम फाइटर ਦਾ ਕਦੇ ਵੀ ਇਹ ਰਿਕਗਨੀਸ਼ਨ ਨਹੀਂ ਦਿੱਤੀ ਗਈ ਸੀ। ਉਹ ਸਾਰੀ ਉਮਰ ਜੇਲ੍ਹ 'ਚ ਰਹੇ, ਇਸ ਕਰਕੇ ਰਹੇ ਕਿ ਉਹਨਾਂ ਨੇ ਉਸ ਅਸੈਂਬਲੀ ਵਿੱਚ ਜਦੋਂ ਬੰਬ ਸੁੱਟਿਆ ਗਿਆ ਤੇ ਭਗਤ ਸਿੰਘ ਦੇ ਸਾਥੀ ਸਨ ਤੇ ਅੱਜ ਵੀ ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ ਮੁਕਤੇਸ਼ਵਰ ਦੱਤ ਦਾ। ਸੋ ਇਹ ਇੱਕ ਸਾਡੇ ਸਿਆਸਤ ਦਾ ਇੱਕ ਪਤਾ ਨਹੀਂ ਕਿਉਂ ਮੰਦਭਾਗਾ ਹਿੱਸਾ ਰਿਹਾ ਔਰ ਇਹਦੀ ਦਰੁਸਤੀ ਕਰਨੀ ਚਾਹੀਦੀ ਹੈ। ਹਰ ਇੱਕ ਕੁਰਬਾਨੀ, ਹਰ ਇੱਕ ਜਿਹੜੀ ਜਿਹਨੇ ਹਿੱਸਾ ਪਾਇਆ, ਯੋਗਦਾਨ ਪਾਇਆ, ਉਹਨੂੰ ਰਿਕਗਨਾਈਜ਼ ਕਰਨਾ ਚਾਹੀਦਾ ਔਰ ਸਰਦਾਰ ਭਗਤ ਸਿੰਘ ਦਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਇੱਕ ਬਹੁਤ ਵੱਡਾ ਦਰਜਾ ਦਿੱਤਾ ਜਾਣਾ ਚਾਹੀਦਾ ਔਰ ਮੁਕਤੇਸ਼ਵਰ ਦੱਤ ਨੂੰ ਵੀ ਦਰਜਾ ਦਿੱਤਾ ਜਾਣਾ ਚਾਹੀਦਾ ਜਿਹੜਾ ਕਿ ਉਹਨਾਂ ਨੂੰ ਬਣਦਾ ਮਾਣ। ਜਿਹੜਾ ਤੁਸੀਂ ਗੱਲ ਕੀਤੀ ਉਹ ਪੰਜਾਬ ਸਰਕਾਰ ਨੇ ਜ਼ਰੂਰ, ਹਾਂ ਪੰਜਾਬ ਸਰਕਾਰ ਨੇ ਦਿੱਤਾ ਸੀ, ਬਿਲਕੁਲ ਠੀਕ ਹੈ ਪੰਜਾਬ, ਪਰ ਅਜੇ ਵੀ ਤੁਸੀਂ ਜੀ, ਪਰ ਮੈਂ ਤੁਹਾਨੂੰ ਦੱਸਾਂ ਜੀ, ਮੈਂ ਛੋਟਾ ਬ੍ਰਦਰ ਜਦੋਂ ਟ੍ਰੇਨਿੰਗ ਲੈ ਰਿਹਾ ਸੀ ਫਲੋਰ ਦੇ ਵਿੱਚ, ਉੱਥੇ ਉਹ ਮੈਨੂੰ ਦੱਸਿਆ ਉਹਨਾਂ ਨੇ ਕਿ ਜਿਹੜੀ ਉਹਨਾਂ ਦੀ ਗੈਲਰੀ ਹੈ ਉੱਥੇ ਅਜੇ ਵੀ ਉਹ ਜਿਹੜੀ ਪਿਸਤੌਲ ਹੈ ਉਹਦੇ 'ਚ ਭਗਤ ਸਿੰਘ ਨੂੰ ਟੈਰਰਿਸਟ ਦਾ ਦਰਜਾ ਦਿੱਤਾ ਗਿਆ ਉੱਥੇ ਵੀ, ਔਰ ਇਹ ਕਿਹਾ ਗਿਆ ਹੈ ਕਿ ਉਹ ਟੈਰਰਿਸਟ ਸੀ ਔਰ ਉਹਦਾ ਪਿਸਤੌਲ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਉਹਨਾਂ ਨੂੰ ਫਿਰ ਉਹ ਫਾਂਸੀ ਹੋਈ। ਜੋ ਵੀ ਹੋਇਆ ਉਹ ਕਾਨੂੰਨ ਦੇ ਵਿੱਚ ਜੋ ਉਹ ਸਮਾਨ ਜਿਹੜਾ ਸਾਰਾ ਜੋ ਵੀ ਉਹ ਡਾਕੂਮੈਂਟਰੀ ਐਵੀਡੈਂਸਿਸ ਨੇ ਉਹਦੇ 'ਚ ਵੀ ਹਜੇ ਵੀ ਉਹਨਾਂ ਨੂੰ ਈਵਨ ਫਲੋਰ ਦੇ ਵਿੱਚ ਵੀ ਜਿਹੜਾ ਉਹ ਉਹਨਾਂ ਨੂੰ ਉਸ ਗੈਲਰੀ ਦੇ ਵਿੱਚ ਇੱਕ ਟੈਰਰਿਸਟ ਵਜੋਂ ਸ਼ੋਅ ਕੀਤਾ ਗਿਆ ਉਹਨਾਂ ਤੇ ਉਹਨਾਂ ਨੂੰ ਸਾਥੀਆਂ ਨੂੰ ਜੀ। तो ये मतलब बड़ी ट्रेजिडी है, ये गल दोबारा उठनी चाहिए। और मैनू गल कहते बड़ा फकर भी हो रहा है प्रभजोत जी के कुछ साल पहला भारत दे विच एक सर्वे कराया गया सी कि भारत दे मोस्ट ट्रस्टेड जिहड़े अज तक दे हीरो होए है उन्हां विच शिवाजी महाराज तो लैके तुसीं गल करी जाओ जिन्ने क बड़े बड़े वड्डे योधे होए है, बड़े बड़े वड्डे पॉलिटिशियन होए है, कोई लिस्ट नहीं इन्हां दी, इन्ना लंबे चौड़ी लिस्ट नाम है। पर मैं तुहानूं हैरानगी नाल दस रहा जी गल नूं कि अज दी जिहड़ी पीढ़ी है जिन्हां नूं बहुतिआं नूं बेशक ना भी होवे भगत सिंह बारे पता, बहुता ना भी पढ़िया होवे, पर अज भी भगत सिंह होरी नंबर 1 आए सी मोस्ट ट्रस्टेड लीडर या परसनैलिटी ऑफ आवर कंट्री। तो भारत दे विच जो भगत सिंह दी जो लोकां दे विच जिहड़ी इमेज है कि इन्ना सच्चा सुच्चा और इन्ना देश नूं समर्पित कोई व्यक्ति जिहड़े फांसी दे रस्ते नूं हस हस के चुम्मिया, मतलब उस तो उत्ते कोई नहीं। एक पासे ते पूरे मुल्क दे विच उन्हां नूं अज भी अज दी जिहड़ी पीढ़ी है, नौजवान पीढ़ी जिसी कहना जी भटक गई है, अंग्रेजी गाने सुनते हैं, हुण उन्हां दा ओह भारती जिहड़ा साडा सभ्याचार है संस्कृति नाल जुड़े नहीं जी। पर उन्हां नूं जदों पुछया गया कि दसो, उन्हां ने सब ने नंबर 1 जिहड़ी लिस्ट दे विच नाम आया भगत सिंह होरां दा। एक पासे ते मुल्क दे विच उन्हां दे लई इन्नी शरधा ते रिस्पैक्ट है हर एक व्यक्ति दे मन च, तो दूजे पासे सरकारां दा ये हाल। हाँ जी, देखो ये बहुत एक ਅਸੀਂ ਹਰ ਵੇਲੇ ਇਸ਼ੂ ਨੂੰ ਗਲਤ ਢੰਗ ਨਾਲ ਪੇਸ਼ ਕਰ ਦਿੰਦੇ ਆ ਔਰ ਉਹਦੀ ਰਿਐਲਿਟੀ ਤੇ ਨਹੀਂ ਜਾਂਦੇ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਆਮ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਹੀ ਨਹੀਂ ਇਹ ਸੱਚਾਈ ਦਾ ਕਿ ਸੱਚਾਈ ਕੀ ਸੀ। ਸੋ ਅਨਲੈਸ ਅਸੀਂ ਆਪਣੀ ਹਿਸਟਰੀ ਨੂੰ ਠੀਕ ਤਰੀਕੇ ਨਾਲ ਪ੍ਰੈਜ਼ੈਂਟ ਕਰੀਏ, ਆਪਣੇ ਸ਼ਹੀਦਾਂ ਦਾ ਬਣਦਾ ਮਾਨ ਸਨਮਾਨ ਕਰੀਏ ਔਰ ਇੱਕ ਚੀਜ਼ ਪਰਸਪੈਕਟਿਵ ਵਿੱਚ ਲਿਆ ਕੇ ਲੋਕਾਂ ਦੇ ਸਾਹਮਣੇ ਲਿਆਈਏ, ਜਿੰਨਾ ਚਿਰ ਇਹ ਕੋਸ਼ਿਸ਼ ਨਹੀਂ ਹੋਏਗੀ, ਬਿਕਾਜ਼ ਸਾਡੀ ਸਿਆਸਤ ਹਮੇਸ਼ਾ ਹੀ ਡਿਵਾਈਡ ਰਹੀ ਹੈ। ਸਪੈਸ਼ਲੀ ਜਦੋਂ ਪੰਜਾਬ ਦਾ ਮੈਂਸ਼ਨ ਆਉਂਦਾ, ਜਦੋਂ ਪੰਜਾਬ ਦੀ ਕੋਈ ਵੀ ਵਰਣਨ ਆਉਂਦਾ
ਤਾਂ ਉੱਥੇ ਕੁਝ ਨਾ ਕੁਝ ਡਿਸਟੋਰਸ਼ਨ ਜ਼ਰੂਰ ਹੋਈ ਆ। ਉਹ ਜਿਹੜੀ ਕਿ ਪੰਜਾਬ ਦੀ ਜਾਂ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਰਹੀ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਣਗੌਲੀ ਗਈ ਆ ਜਾਂ ਉਹਨੂੰ ਸਪਰੈਸ ਕੀਤਾ ਗਿਆ। ਸੋ ਉਹ ਇੱਕ ਹਿਸਟਰੀ ਦਾ ਹਿੱਸਾ ਬਣ ਗਿਆ। ਲੇਕਿਨ ਸਾਡੇ ਸਿੱਖ ਹਿਸਟੋਰੀਅਨ ਨੇ ਵੀ ਇਹਨਾਂ ਗੱਲਾਂ ਨੂੰ ਪ੍ਰੋਪਰਲੀ ਪ੍ਰੋਜੈਕਟ ਨਹੀਂ ਕੀਤਾ। ਉਹ ਕਰਨਾ ਚਾਹੀਦਾ ਔਰ ਬਣਦਾ ਵੀ ਹੈ, ਕਿਉਂਕਿ ਜੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਵੀ ਤੁਸੀਂ ਅੱਜ ਵੀ ਤੁਹਾਨੂੰ ਕੰਟਰੀ ਵਿੱਚ ਬਣਦਾ ਮਾਨ ਸਨਮਾਨ ਨਹੀਂ ਮਿਲਦਾ। ਤੁਸੀਂ ਵੱਲਭ ਭਾਈ ਪਟੇਲ ਦੇ ਉੱਤੇ ਇੱਕ ਬੜਾ ਵੱਡਾ ਮੈਮੋਰੀਅਲ ਰੇਜ਼ ਕਰ ਦਿੱਤਾ, ਇੰਨਾ ਬੰਦਾ ਸਾਰੇ ਦੇਸ਼ ਦੇ ਕਿਸਾਨਾਂ ਤੋਂ ਲੋਹਾ ਇਕੱਠਾ ਕਰਕੇ ਬਣਾਤਾ, ਉਹਦਾ ਇੱਕ ਸਟੈਚੂ ਬਣਾਤਾ, ਇੱਕ ਵਰਲਡ ਦਾ ਟਾਲੈਸਟ ਸਟੈਚੂ ਬਣਾਤਾ। ਲੇਕਿਨ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਕੀਤਾ, ਇੱਕ ਵੱਡੀ ਕੁਰਬਾਨੀ ਕੀਤੀ, ਆਪਣੀ ਜਵਾਨੀ ਵਿੱਚ ਇੰਨਾ ਵੱਡੀ ਜਿਹੜੀ ਸੈਕਰੀਫਾਈਸ ਕੀਤੀ ਆ, ਆਪਣਾ ਫਾਂਸੀ ਦਾ ਜੋ ਤੁਸੀਂ ਦੱਸਿਆ ਫੰਦਾ ਚੁੰਮ ਕੇ ਉਹਨਾਂ ਨੇ ਉਹ ਫਾਂਸੀ ਲਈ, ਔਰ ਬਾਕੀ ਜਿਹੜੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕੰਮ ਕੀਤਾ। ਲੇਕਿਨ ਕਿਤੇ ਨਾ ਕਿਤੇ ਅਸੀਂ ਦੇਸ਼ ਵਾਸੀ ਉਹਨਾਂ ਦੀ ਇਸ ਕੁਰਬਾਨੀ ਨੂੰ ਠੀਕ ਰਿਕੋਗਨੀਸ਼ਨ ਨਹੀਂ ਦੇ ਸਕੇ, ਅੱਜ ਤੱਕ ਅਸੀਂ ਨਹੀਂ ਦੇ ਸਕੇ। ਪੰਜਾਬ ਵਿੱਚ ਜ਼ਰੂਰ ਉਹਨਾਂ ਨੂੰ ਬਣਦਾ ਮਾਨ ਸਨਮਾਨ ਜ਼ਰੂਰ ਮਿਲਦਾ ਰਿਹਾ, ਲੇਕਿਨ ਬਾਕੀ ਦੇਸ਼ ਨੇ ਅੱਜ ਵੀ ਕੰਟਰੀ ਨੇ ਐਜ਼ ਏ ਹੋਲ ਉਹ ਉਹਨਾਂ ਨੂੰ ਵੰਚਿਤ ਰੱਖਿਆ ਉਹਨਾਂ ਦੇ ਬਣਦੇ ਸਨਮਾਨ ਤੋਂ, ਜਿਹੜਾ ਕਿ ਮਿਲਣਾ ਚਾਹੀਦਾ। ਵੈਸੇ ਮੈਂ ਇੱਥੇ ਵੀ ਗੱਲ ਜ਼ਿਕਰ ਕਰਾਂਗਾ ਕਿ ਭਗਵੰਤ ਮਾਨ ਹੋਰੀ ਜਦੋਂ ਮੇਰੇ ਖਿਆਲ 7-8 ਸਾਲ ਹੋ ਗਏ ਹੋਣੇ ਆ ਐਜ਼ ਅ ਮੈਂਬਰ ਪਾਰਲੀਮੈਂਟ ਇੱਥੇ ਆਏ ਸੀ, ਉਦੋਂ ਉਹ ਜਿਹੜੀ ਸਟੇਜ ਉਹਨਾਂ ਦੀ ਮੈਂ ਕੰਡਕਟ ਕੀਤੀ ਸੀ ਇੱਥੇ ਚਾਂਦਨੀ ਬੈਂਕਟ ਹਾਲ ਦੇ ਵਿੱਚ, ਤੇ ਮੈਨੂੰ ਯਾਦ ਉਹਨਾਂ ਨੇ ਗੱਲ ਕਹੀ ਸੀ ਭਗਤ ਸਿੰਘ ਦੀ। ਉਹਨਾਂ ਨੇ ਪੱਗ ਪਾਈ ਹੋਈ ਸੀ, ਉਹੀ ਪੱਗ ਪਾ ਕੇ, ਤੇ ਉਹ ਕਹਿੰਦੇ ਜੀ ਕਿ ਮੈਂ ਪਹਿਲਾ ਬੰਦਾ ਆ ਕਿ ਮੈਂ ਦੁਬਾਰਾ ਤੋਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਗੁੰਜਾਇਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਹੋਰਾਂ ਤੋਂ ਬਾਅਦ। ਤੇ ਬੜਾ ਉਹਨਾਂ ਨੇ ਮਾਣ ਮਹਿਸੂਸ ਕੀਤਾ ਉਸ ਵੇਲੇ, ਔਰ ਉਸ ਤੋਂ ਬਾਅਦ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਸਹੁੰ ਚੁੱਕੀ ਤੇ ਉੱਥੇ ਜਾ ਕੇ ਭਗਤ ਸਿੰਘ ਹੋਰਾਂ ਦੇ ਉਸ ਜਿੱਥੇ ਮਿਊਜ਼ੀਅਮ ਹੈ ਖਟਕੜ ਕਲਾਂ 'ਚ ਜਾ ਕੇ ਉੱਥੇ ਉਹਨਾਂ ਨੇ ਇੱਕ ਸਹੁੰ ਚੁੱਕੀ। ਜਿਹੜੀਆਂ ਉਹਨੇ 2 ਤਸਵੀਰਾਂ ਪਿੱਛੇ ਲਾਈਆਂ ਹੋਈਆਂ ਉਹਨਾਂ 'ਚ ਵੀ ਇੱਕ ਭਗਤ ਸਿੰਘ ਹੋਰਾਂ ਦੀ ਤਸਵੀਰ ਹੈ। ਇੱਕ ਪਾਸੇ ਤੇ ਇੰਨਾ ਮਾਣ ਸਨਮਾਨ ਤੇ ਦੂਜੇ ਪਾਸੇ ਇਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਬਿਲਕੁਲ ਹੀ ਕਰ ਦੇਣਾ, ਇਹ ਗੱਲ ਬਣਦੀ ਨਹੀਂ। ਤਾਂ ਮੈਂ ਚਾਹਾਂਗਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਤੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋ ਰਹੀ ਤਾਂ ਇਹ ਪੜਚੋਲ ਕੀਤੀ ਜਾਵੇ ਸਾਰੇ ਮਾਮਲੇ ਦੀ, ਔਰ ਜਿੱਥੇ ਜਿੱਥੇ ਵੀ ਕੁਤਾਹੀਆਂ ਜਾਂ ਗਲਤੀਆਂ ਹੋਈਆਂ ਹੈ ਸਮੇਂ ਸਿਰ ਉਸ ਵੇਲੇ ਉਹਨਾਂ ਨੂੰ ਦਰੁਸਤ ਕੀਤਾ ਜਾਵੇ। ਜੀ ਬਿਲਕੁਲ ਬਿਲਕੁਲ, ਕਿਉਂਕਿ ਮੈਂ ਤੁਹਾਨੂੰ ਉੱਥੇ ਮੈਂਸ਼ਨ ਹੀ ਕਰ ਦਿੰਦਾ ਕਿ ਸਰਦਾਰ ਜਿਹੜੇ ਕਰਨਲ ਪ੍ਰਤਾਪ ਸਿੰਘ ਗਿੱਲ ਸਨ, ਜਿਹੜੇ ਲੈਫਟੀਨੈਂਟ ਗਵਰਨਰ ਦੇ ਗੋਆ ਦੇ, ਔਰ ਸਰਦਾਰ ਮਨੋਹਰ ਸਿੰਘ ਗਿੱਲ ਦੇ ਫਾਦਰ ਸਨ, ਉਹਨਾਂ ਨੇ ਇਹ ਮੁੱਦਾ ਬਹੁਤ ਚੱਕਿਆ ਸੀ। ਉਹਨਾਂ ਨੇ ਇੱਕ ਸੁਸਾਇਟੀ ਬਣਾਈ ਹੋਈ ਸੀ ਜਿਹੜਾ ਮੈਂ ਵੀ ਇੱਕ ਮੈਂਬਰ ਸੀ, ਤੇ ਅਸੀਂ ਉਹ ਬੜੀ ਸਟਰਗਲ ਕਰਕੇ ਲਗਾਤਾਰ ਖੱਤੋ ਖਰਾਬ ਕਰਕੇ ਅਲਟੀਮੇਟਲੀ ਅਸੀਂ ਸਕਸੈਸਫੁਲ ਹੋਏ ਸੀ ਸਰਦਾਰ ਭਗਤ ਸਿੰਘ ਹੋਰਾਂ ਦਾ ਪੋਰਟਰੇਟ ਪਾਰਲੀਮੈਂਟ ਦੀ ਗੈਲਰੀ ਵਿੱਚ ਲਵਾਉਣ ਵਿੱਚ। ਕਿਉਂਕਿ ਉਸ ਵੇਲੇ ਵੀ ਬਾਰ-ਬਾਰ ਇਹੀ ਕਿਹਾ ਗਿਆ ਕਿ ਇਸ ਗੱਲ ਤੇ ਜ਼ਿਆਦਾ ਸਾਨੂੰ ਜ਼ੋਰ ਨਹੀਂ ਪਾਉਣਾ ਚਾਹੀਦਾ, ਬਿਕਾਜ਼ ਉਹਨਾਂ ਦਾ ਰਿਕਾਰਡ ਵਿੱਚ ਅੱਜ ਵੀ ਦਰਜਾ ਜਿਹੜਾ ਆ ਇੱਕ ਆਤੰਕਵਾਦੀ ਦਾ। ਅਸੀਂ ਕਿਹਾ ਕਿ ਇਹ ਤੁਸੀਂ ਪਾਰਲੀਮੈਂਟ ਕਿਉਂ ਨਹੀਂ ਰਿਸੈਂਡ ਕਰਦੀ, ਤੁਹਾਨੂੰ ਕੌਣ ਰੋਕ ਰਿਹਾ ਕਿ ਤੁਸੀਂ ਹੁਣ ਆਜ਼ਾਦ ਦੇਸ਼ ਦੇ ਬਸ਼ਿੰਦੇ ਹੋ, ਆਜ਼ਾਦ ਦੇਸ਼ ਦੀ ਪਾਰਲੀਮੈਂਟ ਹੈ, ਤੇ ਅਸੀਂ ਅੱਜ ਆਪਣੇ ਇੱਕ ਫਰੀडम ਫਾਈਟਰ ਨੂੰ, ਇੱਕ ਸ਼ਹੀਦ ਆਜ਼ਮ ਨੂੰ ਵੀ ਉਹਦਾ ਬਣਦਾ ਮਾਨ ਸਨਮਾਨ ਕਿਉਂ ਨਹੀਂ ਦੇ ਸਕਦੇ। ਪਰ ਉਸ ਵੇਲੇ ਵੀ ਕਿਉਂਕਿ ਤੁਹਾਨੂੰ ਪਤਾ ਸਿਆਸੀ ਕਈ ਕਾਰਨ ਹੋ ਸਕਦੇ ਨੇ, ਲੇਕਿਨ ਅੱਜ ਤੱਕ ਉਹ ਰੈਜ਼ੋਲੂਸ਼ਨ ਭਗਵੰਤ ਸਿੰਘ ਮਾਨ ਵੀ MP ਰਹੇ ਨੇ, ਲੋਕ ਸਭਾ ਮੈਂਬਰ ਰਹੇ ਨੇ, ਅੱਜ ਵੀ ਉਹਨਾਂ ਦੇ 7 MP ਨੇ ਰਾਜ ਸਭਾ ਵਿੱਚ। ਸੋ ਜ਼ਰੂਰ ਹੈ ਕਿ ਉਹ ਹੁਣ ਆਪ ਦਾ ਵੀ ਬਣਦਾ ਫਰਜ਼ ਕਿ ਉਹ ਇਸ ਇਸ਼ੂ ਨੂੰ ਕਲੈਰੀਫਾਈ ਕਰੇ ਔਰ ਪਾਰਲੀਮੈਂਟ 'ਚ ਰੈਜ਼ੋਲੂਸ਼ਨ ਮੂਵ ਕਰਾ ਕੇ ਇਸ ਪੁਰਾਣੇ ਰੈਜ਼ੋਲੂਸ਼ਨ ਨੂੰ ਰਿਸੈਂਡ ਕਰਾਵੇ, ਰਿਵੋਕ ਕਰਾਵੇ, ਤਾਂ ਜੋ ਭਗਤ ਸਿੰਘ ਦੀ ਆਤਮਾ ਨੂੰ, ਉਹਦੇ ਪ੍ਰੇਮੀਆਂ ਨੂੰ, ਉਹਦੇ ਜਿਹੜੇ ਸਮਰਥਕ ਨੇ, ਜਿਹੜੇ ਸਪੋਰਟਰ ਨੇ, ਸਾਰਾ ਦੇਸ਼ ਹੀ ਉਹਨਾਂ ਦਾ ਇੱਕ ਪ੍ਰੇਮੀ ਹੈ, ਉਹਨਾਂ ਨੂੰ ਥੋੜਾ ਜਿਹਾ ਸੰਤੋਖ ਮਿਲੇ, ਸਬਰ ਮਿਲੇ ਕਿ ਵਾਕਈ ਹੀ ਉਹਨਾਂ ਦੀ ਕੁਰਬਾਨੀ ਪਾਰਲੀਮੈਂਟ ਨੇ ਵੀ, ਭਾਰਤ ਦੀ ਪਾਰਲੀਮੈਂਟ ਨੇ ਵੀ ਰਿਕੋਗਨਾਈਜ਼ ਕੀਤੀ ਹੈ। ਉਹ ਕੁਰਬਾਨੀ ਉਹਨਾਂ ਨੇ ਦੇਸ਼ ਲਈ ਕੀਤੀ ਹੈ, ਭਾਰਤ ਦੀ ਪਾਰਲੀਮੈਂਟ ਲਈ ਕੀਤੀ ਹੈ, ਭਾਰਤ ਦੇ ਲੋਕਾਂ ਲਈ ਕੀਤੀ ਹੈ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਤੁਸੀਂ ਬਸ ਥੋੜਾ ਜਿਹਾ ਰਾਉਂਡ ਅਪ ਕਰ ਦਿਓ ਕਿ ਜੇ ਇੱਕ ਤੇ ਇੰਟਰਨੈਸ਼ਨਲ ਐਥਲੈਟਿਕ ਜਿਹੜਾ ਇਸ ਵੇਲੇ ਕੰਪੀਟੀਸ਼ਨ ਚੱਲ ਰਹੇ ਨੇ, ਔਰ ਦੂਜੇ ਪਾਸੇ ਮੈਨੂੰ ਪਤਾ ਲੱਗਾ ਹੈ ਕਿ ਅਨੁਰਾਗ ਬੱਤਰਾ ਹੋਰਾਂ ਨੇ ਅਸਤੀਫਾ ਦੇ ਦਿੱਤਾ ਹੈ ਫੈਡਰੇਸ਼ਨ ਦੇ ਜਿਹੜੇ ਚੇਅਰ ਸੀ ਹਾਕੀ ਫੈਡਰੇਸ਼ਨ ਦੇ। ਤਾਂ ਦੋ ਖਬਰਾਂ ਫਟਾਫਟ ਪਲੀਜ਼ ਜੇ ਤੁਸੀਂ ਸੰਖੇਪ ਸਾਨੂੰ ਦੱਸ ਸਕੋ। ਦੇਖੋ, ਜਿਹੜਾ ਹਾਕੀ ਦਾ ਡਿਵੈਲਪਮੈਂਟ ਹੋਈ ਹੈ ਇਹ ਬਹੁਤ ਜ਼ਬਰਦਸਤ ਡਿਵੈਲਪਮੈਂਟ ਹੈ, ਕਿਉਂਕਿ ਪਹਿਲੇ ਏਸ਼ੀਅਨ ਸਨ ਡਾਕਟਰ ਨਰਿੰਦਰ ਬਤਰਾ ਜੀ ਹਾਂ ਬਤਰਾ, ਇਹ ਬਣੇ ਸਨ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ, ਔਰ ਪਿਛਲੇ ਸਾਲਾਂ ਨਾਲ ਦੁਬਾਰਾ ਰੀ ਇਲੈਕਸ਼ਨ ਹੋ ਗਈ ਸੀ ਅਗਲੇ 4 ਸਾਲਾਂ ਲਈ। ਲੇਕਿਨ ਅੱਜ ਸਵੇਰੇ ਉਹਨਾਂ ਨੇ
ਆਪਣਾ FIH ਦੇ ਪ੍ਰੈਜ਼ੀਡੈਂਟ ਤੋਂ, ਹਾਕੀ ਇੰਡੀਆ ਵਿੱਚੋਂ ਲਾਈਫ ਮੈਂਬਰ ਸਨ, ਉਹਦੇ ਤੋਂ ਇੰਡੀਅਨ 올림픽 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੋਂ ਪਹਿਲਾਂ ਹੀ ਹਟ ਗਏ ਸਨ, ਉਹਨਾਂ ਨੇ ਛੱਡਤਾ ਸੀ, ਔਰ ਇੰਟਰਨੈਸ਼ਨਲ 올림픽 ਕਮੇਟੀ ਦੇ ਉਹ ਮੈਂਬਰ ਸਨ। ਉਹ ਸਭ ਤੋਂ ਸਾਰੇ ਖੇਡ ਜਗਤ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਇਹ ਅਸਤੀਫਾ ਉਹਨਾਂ ਨੇ ਉਹ ਦਿੱਤਾ ਕਿ ਜਦੋਂ ਉਹਨਾਂ ਦੇ ਘਰ ਤੇ ਹੋਰ ਟਿਕਾਣਿਆਂ ਤੇ ਕੱਲ ਅੱਜ ਸਵੇਰੇ ਇੰਡੀਆ ਦੇ ਹਿਸਾਬ ਨਾਲ ਅੱਜ ਸਵੇਰੇ CBI ਦੇ ਰੇਡਸ ਹੋਏ, ਕਿਉਂਕਿ ਪਹਿਲਾਂ ਉਹ ਦਿੱਲੀ ਹਾਈ ਕੋਰਟ ਵਿੱਚ ਕੇਸ ਜਿਹੜਾ ਉਹਨਾਂ ਦੇ ਚੱਲਿਆ ਸੀ ਕਿ ਉਹਨਾਂ ਨੇ ਗਲਤ ਕਰਕੇ ਨੁਮਾਇੰਦਗੀ ਕਰਕੇ ਆਪਣੀ ਇੰਡੀਅਨ 올림픽ੇਸ਼ਨ ਦੇ ਪ੍ਰਧਾਨ ਬਣੇ ਨੇ। ਉਹ ਹਾਈ ਕੋਰਟ ਨੇ ਸੈਟੀਸਫਾਈਡ ਕਰਤੀ ਸੀ, ਉਹਨਾਂ ਨੂੰ ਕਿਹਾ ਸੀ ਅਸਤੀਫਾ ਦੇਣ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਪਰ ਉਹਨਾਂ ਨੇ ਕਿਹਾ ਸੀ ਕਿ ਉਹ IOA ਦੁਆਰਾ ਚੋਣ ਨਹੀਂ ਲੜਨਗੇ, ਸਾਰਾ IOA ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ, ਲੇਕਿਨ ਉਹ ਆਪਣੇ ਹਾਕੀ ਤੇ ਕੰਸਨਟਰੇਟ ਕਰਨਗੇ। ਹੁਣ ਜਦੋਂ ਹਾਕੀ ਦਾ ਵਰਲਡ ਕੱਪ ਮੈਨ ਦਾ ਇੰਡੀਆ ਵਿੱਚ ਹੋਣ ਵਾਲਾ ਹੈ ਫੈਬਰਵਰੀ ਵਿੱਚ ਰੁੜਕੇਲਾ ਦੇ ਭੁਵਨੇਸ਼ਵਰ ਵਿੱਚ, ਔਰ ਕੱਲ ਹੀ ਵਿਮਨ ਵਰਲਡ ਕੱਪ ਖਤਮ ਹੋਇਆ, ਤੇ ਇਮੀਡੀਏਟਲੀ ਉਹਨਾਂ ਦਾ ਅਸਤੀਫਾ ਦੇ ਦੇਣਾ ਲੱਗਿਆ ਕਿ ਸ਼ਾਇਦ ਜਿਹੜੀ ਉਹਨਾਂ ਦੇ ਦਿੱਲੀ ਹਾਈ ਕੋਰਟ ਦੀ ਵਰਡਿਕਟ ਆਈ ਹੈ ਉਹ ਕੰਟੈਂਪਟ ਆਫ ਕੋਰਟ ਤੇ ਹੋਰ ਕਾਰਨਾਂ ਕਰਕੇ, ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਤੇ ਉਹਨਾਂ ਨੇ ਇੱਕਦਮ ਜਿਹੜਾ ਫੈਸਲਾ ਲਿਆ ਕਿ ਸਾਰੀਆਂ ਖੇਡ ਸੰਸਥਾਵਾਂ ਤੋਂ ਸਾਰੀਆਂ ਖੇਡ ਸੰਸਥਾਵਾਂ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਸੋ ਇਹ ਇੱਕ ਬੜੀ ਇੱਕ ਜਿਹੜੀ ਹੈ ਸਿਗਨੀਫੀਕੈਂਟ ਡਿਵੈਲਪਮੈਂਟ ਹੈ ਹਿੰਦੁਸਤਾਨ ਦੀ ਖੇਡ ਜਗਤ ਵਿੱਚ ਔਰ ਹਾਕੀ ਜਗਤ ਵਿੱਚ, ਕਿਉਂਕਿ ਹਾਕੀ ਵਿੱਚ ਉਹ ਪਹਿਲਾ ਏਸ਼ੀਅਨ ਪ੍ਰੈਜ਼ੀਡੈਂਟ ਬਣੇ ਸਨ ਤੇ ਬੜੀ ਲੱਗਦਾ ਸੀ ਕਿ ਗੋਰਿਆਂ ਦਾ ਜਿਹੜਾ ਯੂਰਪੀਅਨ ਦਾ ਦਬਦਬਾ ਸੀ ਉਹਨੂੰ ਤੋੜ ਕੇ ਬਣੇ ਸਨ। ਚਲੋ ਹੁਣ ਦੇਖੋ ਹੁਣ ਅੱਗੋਂ ਕੀ ਹੁੰਦਾ। ਬਾਕੀ ਰਹੀ ਕੱਲ ਜਿਹੜੀ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਚੱਲ ਰਹੀ ਹੈ ਓਰੇਗਨ ਵਿੱਚ, ਯੂਜੀਨ ਵਿੱਚ, ਉਹਦੇ ਵਿੱਚ ਭਾਰਤ ਨੂੰ ਬਹੁਤ ਉਮੀਦ ਹੈ ਕਿ ਨੀਰਜ ਚੋਪੜਾ ਜਦੋਂ ਜੈਵਲਿਨ ਦਾ 21 ਜੁਲਾਈ ਨੂੰ ਉਹਨਾਂ ਦਾ ਓਪਨ ਹੋਏਗਾ ਕੁਆਲੀਫਿਕੇਸ਼ਨ ਰਾਊਂਡ, ਉਹਦੇ ਚ ਉਹਨਾਂ ਨੂੰ ਭਾਰਤ ਨੂੰ ਪੂਰੀ ਉਮੀਦ ਹੈ ਕਿ ਭਾਰਤ ਹੁਣ ਸ਼ਾਇਦ ਇਸ ਵਾਰ ਫਿਰ ਇੱਕ ਮੈਡਲ ਲੈ ਕੇ ਜਾਵੇ, ਕਿਉਂਕਿ ਜਿਹੜੀ ਦੂਜੀ ਉਮੀਦ ਸੀ ਲੌਂਗ ਜੰਪ ਵਿੱਚ ਮਾਰੂਲੀ ਸ਼੍ਰੀਧਰਨ ਤੋਂ ਉਹ ਪੂਰੀ ਨਹੀਂ ਉਤਰੀ। ਉਹ ਆਪਣੀ ਜਿਹੜੀ ਬੈਸਟ ਪਰਫਾਰਮੈਂਸ ਸੀ 8.36 ਮੀਟਰ ਦਾ ਲੌਂਗ ਜੰਪ ਵਾਲਾ ਉਹ ਨਹੀਂ ਪਰ ਰਿਪੀਟ ਕਰ ਸਕੇ, ਉਹ 7.96 ਕਰਕੇ ਹੀ 7th ਰਹੇ। ਔਰ ਬਾਕੀ ਜਿਹੜੀਆਂ ਵਰਗਾਂ ਵਿੱਚ ਸੀ ਔਰਤਾਂ ਦੀ 20 ਕਿਲੋਮੀਟਰ ਵਾਕ, ਮੈਨ ਦੀ 20 ਕਿਲੋਮੀਟਰ ਵਾਕ, 3000 ਮੀਟਰ ਸਟੀਪਲ ਚੇਸ ਫॉर ਵੂਮਨ, ਉਹਦੇ ਵਿੱਚ ਵੀ ਭਾਰਤੀ ਖਿਡਾਰੀ ਕੋਈ ਜ਼ਿਆਦਾ ਚੰਗਾ ਵਿਖਾਵਾ ਨਹੀਂ ਕਰ ਸਕੇ। ਹਾਂ, ਮੈਨ ਸਟੀਪਲ ਚੇਸ ਵਿੱਚ ਸਾਡਾ ਐਥਲੀਟ ਕੁਆਲੀਫਾਈ ਕੀਤਾ ਇੰਡੀਆ ਦਾ, ਲੇਕਿਨ ਕੈਨੇਡਾ ਦੇ ਐਥਲੀਟ ਚੰਗੀ ਪਰਫਾਰਮ ਕਰ ਰਹੇ ਨੇ। ਬੇਸ਼ੱਕ ਅਮਰੀਕਾ ਨੇ ਹੁਣ ਤੱਕ 3 골ਡ ਮੈਡਲ ਜਿੱਤ ਲਏ ਨੇ ਔਰ ਨੰਬਰ 1 ਤੇ ਆ, ਔਰ ਕੈਨੇਡਾ ਦੀਆਂ ਉਮੀਦਾਂ ਨੇ ਐਂਡਰੇ ਡੇਗਾਸੇ ਤੇ ਜਿਹੜਾ ਕਿ 100 ਮੀਟਰ ਦੇ ਫਾਈਨਲ 'ਚ ਵੀ ਪਹੁੰਚ ਗਿਆ ਤੇ 200 ਮੀਟਰ 'ਚ ਵੀ ਉਹਦਾ ਚੰਗੇ ਵਿਖਾਵੇ ਦੀ ਉਮੀਦ। ਅੱਛਾ, ਮੇਰੇ ਕੋਲ ਇੱਕ ਬ੍ਰੇਕਿੰਗ ਨਿਊਜ਼ ਹੈ ਕਿ ਐਂਡਰੇ ਡੀ ਗ੍ਰੈਸੇ ਜਿਹੜਾ ਜੀ ਪਤਾ ਲੱਗਾ ਕਿ 200 ਮੀਟਰ 'ਚ ਉਹਨੇ ਵਿਡਰਾਅ ਕਰ ਲਿਆ ਆਪਣੇ ਆਪ ਨੂੰ। ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਔਰ ਸ਼ਾਇਦ ਉਹ ਕੋਵਿਡ ਉਸ ਨੂੰ ਹੋ ਗਿਆ ਸੀ ਜਿਹੜਾ ਮਹੀਨਾ ਕੁ ਪਹਿਲਾਂ ਹਾਂਜੀ, ਉਹਦੇ ਚ ਜਦੋਂ ਵੀ ਰਨ ਕੀਤਾ 100 ਮੀਟਰ ਦੀਆਂ ਜਿਹੜੀਆਂ ਹੀਟਾਂ ਵਿੱਚ ਵੀ ਉਹ ਪਰਫਾਰਮੈਂਸ ਉਹ ਨਹੀਂ ਦੇ ਸਕਿਆ ਜਿਹੜੀ ਉਤੋਂ ਐਕਸਪੈਕਟਡ ਸੀ, ਬਿਕਾਜ਼ ਵੀਕਨੈਸ ਜ਼ਾਹਿਰ ਤੌਰ ਤੇ ਨਜ਼ਰ ਆਉਂਦੀ ਹੈ ਉਹਦੇ ਰਨ ਵਿੱਚੋਂ। ਹੋ ਸਕਦਾ ਮੈਂ ਇਹਨੂੰ ਅਪਡੇਟ ਨਹੀਂ ਕੀਤਾ ਤੇ ਉਹਨਾਂ ਨੇ 200 ਮੀਟਰ। ਹਾਂਜੀ, ਇਹ ਸਾਡੇ ਕੋਲ ਬ੍ਰੇਕਿੰਗ ਨਿਊਜ਼ ਆਈ ਹੈ ਜੀ ਕਿ ਉਹ ਰਨ ਨਹੀਂ ਕਰ ਰਹੇ, ਵਿਡਰਾਅ ਉਹਨਾਂ ਨੇ 200 ਮੀਟਰ 'ਚ ਆਪਣੇ ਆਪ ਨੂੰ ਵਿਡਰਾਅ ਕਰ ਲਿਆ ਹੈ। 100 ਮੀਟਰ 'ਚ ਕੰਸੈਂਟਰੇਟ ਕਰ ਸਕਣ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਭਜੋਤ ਜੀ, ਤੁਹਾਡੇ ਨਾਲ ਕੱਲ ਗੱਲ ਕਰਾਂਗੇ।